ਪੰਜਾਬ ਦੇ ਵਿੱਚ 2015 ਦੇ ਵਿੱਚ ਵਾਪਰਿਆ ਬਰਗਾੜੀ ਬੇਅਦਬੀ ਦਾ ਮੁੱਦਾ ਪੰਜਾਬ ਦਾ ਬਹੁਤ ਵੱਡਾ ਮੁੱਦਾ ਹੈ। ਇਸ ਮੁੱਦੇ ਤੇ ਪੰਜਾਬ ਦੀਆਂ ਦੋ ਸਰਕਾਰਾਂ ਢਹਿ ਢੇਰੀ ਹੋ ਗਈਆਂ ਤੇ ਹੁਣ ਤੀਜੀ ਸਰਕਾਰ ਦੇ ਲਈ ਪ੍ਰੀਖਿਆ ਦੀ ਘੜੀ ਹੈ। ਜਾਂਚ ਰਿਪੋਰਟ ਜਿਹੜੀ ਜਨਤਕ ਕੀਤੀ ਗਈ ਹੈ ਉਸ ਤੇ ਸਵਾਲ ਕਿਉਂ ਉੱਠ ਰਹੇ ਨੇ, ਉਸ ਬਾਰੇ ਅੱਜ ਆਪਾਂ ਪ੍ਰਾਈਮ ਟਾਈਮ ਦੇ ਵਿੱਚ ਗੱਲਬਾਤ ਕਰਾਂਗੇ। सत श्री अकाल जी दा खालस टीवी देखने वाले देश दुनिया के साडे सारे दर्शकों का बहुत बहुत स्वागत है। प्राइम टाइम दे नाल मैं हरशरण कौर। पंजाब के मुख्यमंत्री भगवंत सिंह मान दे वल्लों श्री गुरु ग्रंथ साहिब जी की बेअदबी के केसां संबंधी जिहड़ी जांच 5 सिंघां नूं बुला के सौंपी गई है उस नूं लैके सिख जगत हैरान है। कानूनी पक्ष तो भी इस ते वड्डी चर्चा छिड़ पई है। सियासी तौर ते भी सरकार दा विरोध हो रहा है। जाणांगे कि सब कुछ क्यों हो रहा है। सब तो पहला सारी खबर दस दिंदे आ। शनिचरवार नूं बेअदबी मामले की जांच कर रही सिट दे मुखी SPS परमार ने अपनी रिपोर्ट मुख्यमंत्री भगवंत मान नूं सौंप दित्ती, जिस तो बाद मुख्यमंत्री ने सिख जथेबंदियां दे 5 लीडरां नूं रिपोर्ट की कापी सौंपी गई। फरीदकोट की अदालत दे विच इस मामले की अगली सुनवाई 29 जुलाई नूं रखी गई है। उस दिन मुलजमां ते दोष आयद कीते जाणगे। यह रिपोर्ट पंजाब ते हरियाणा हाई कोर्ट के हुक्मां ते 4 अप्रैल 2021 नूं IG SPS परमार की अगवाई हेठ बनी 5 मैंबरी टीम ने तैयार की है। टीम ने 1 साल पुछ पड़ताल करन तो बाद 467 सफियां की यह रिपोर्ट तैयार की है। रिपोर्ट दे विच बेअदबी दीआं घटनावां दे लई सिद्धे तौर ते डेरा सिरसा दे कातल ते बलात्कारी साध गुरमीत राम रहीम अते कई डेरा प्रेमियां नूं जिम्मेवार ठहराया गया। CBI ने भी जांच की सी इस मसले दे विच जिहड़ी कि तन पत्तन नहीं लग सकी। CBI नूं उदों डेरा सिरसा की शमूलीयत का कोई सबूत ही नहीं मिलिया सी। इस करके पंजाब सरकार ने यह जांच है CBI तो वापस ले ली सी। केंद्रीय एजेंसी ने अदालत दे विच क्लोजर रिपोर्ट तक दायर कर दित्ती सी, यानी कि उस डेरा सिरसा दे सारे जिहड़े मुलजम सी दोषी सन उन्हां नूं एक वड्डी जांच एजेंसी दे वल्लों वड्डी राहत दित्ती गई सी। उस तो बाद फिर पंजाब सरकार ने पंजाब पुलिस नूं यह जांच सौंपी सी। सिट ने अपनी जांच रिपोर्ट दे विच CBI वल्लों कीती जांच दे दाविआं दा खंडन कीता है ते रिपोर्ट इस तो पहला फरीदकोट दी अदालत दे विच चलान दे रूप च पेश कीती जा चुकी है। उस तो बाद मुख्यमंत्री नूं सौंपी गई है। सो इस रिपोर्ट दे विच सौदा साध नूं मुख साजिश करता दस्सिया गया, जबकि बादल सरकार दा इस घटना दे विच कोई जिक्र तक नहीं कीता गया। रिपोर्ट दे विच जिक्र ना होण तो अकाली दल बागो बाग है, विरोधियों ते साजिश दा इल्जाम भी लगा रहा है। ਇੰਨਾ ਲੰਮਾ ਸਮੇਂ ਤੋਂ ਬਾਅਦ ਇਹ ਰਿਪੋਰਟ ਆ ਗਈ ਕਿ ਕੋਈ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ, ਕਿਸੇ ਵਰਕਰ ਦਾ, ਅਕਾਲੀ ਦਲ ਦੇ ਕਿਸੇ ਲੀਡਰ ਦਾ, ਬਾਦਲ ਸਾਹਿਬ ਦਾ, ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕੋਈ ਦੋਸ਼ ਨਹੀਂ ਹੈ। ਰਿਪੋਰਟ ਹੁਣ ਲੋਕਾਂ ਦੇ ਸਾਹਮਣੇ ਕੱਲ ਆ ਗਈ, ਪਰ ਹਲੇ ਵੀ ਤੁਸੀਂ ਵੇਖ ਲਿਓ ਕਿ ਐਸੇ ਲੋਕ ਨੇ ਜਿਨ੍ਹਾਂ ਨੇ ਹਲੇ ਵੀ ਇਸ ਨੂੰ ਮੰਨਣਾ ਨਹੀਂ ਕਿ ਉਹਨਾਂ ਦਾ ਤਾਂ ਇੱਕੋ ਹੀ ਨਿਸ਼ਾਨਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਫੈਮਿਲੀ ਨੂੰ ਬਦਨਾਮ ਕਰਨਾ ਤੇ ਪੰਥ ਵਿਰੋਧੀ ਸ਼ਕਤੀਆਂ ਨੇ ਜਿਹੜੀਆਂ ਹੈਗੀਆਂ ਨੇ ਉਹਨਾਂ ਵਿੱਚ ਸ਼ਾਮਲ ਹੋ ਕੇ ਆਪਣੇ ਨਿੱਜੀ ਫਾਇਦੇ ਲੈਣੇ। ਮੈਨੂੰ ਪਤਾ ਹੈ ਉਹਨਾਂ ਦੇ ਲੋਕਾਂ ਨੇ ਤੇ ਕੁਝ ਨਾ ਕੁਝ ਕਰਦੇ ਹੀ ਰਹਿਣਾ ਹੈ। ਉਹਨਾਂ ਨੂੰ ਗੁਰੂ ਨਾਲ ਘੱਟ ਪਿਆਰ ਹੈ, ਆਪਣੀ ਹਉਮੈ ਨਾਲ, ਆਪਣੀ ਠੱਗੀ ਠੋਰੀ ਨਾਲ ਜ਼ਿਆਦਾ ਪਿਆਰ ਹੈ। ਫਿਰ ਵੀ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਉਹਨਾਂ ਲੋਕਾਂ ਨੂੰ ਹੁਣ ਜੇ ਉਹਨਾਂ ਲੋਕਾਂ 'ਚ ਭੋਰਾ ਵੀ ਕੋਈ ਅਣਖ ਹੈਗੀ ਹੈ, ਭੋਰਾ ਵੀ ਸ਼ਰਮ ਹਜਾ ਹੈਗੀ ਹੈ, ਭੋਰਾ ਵੀ ਗੁਰੂ ਪ੍ਰਤੀ ਕੋਈ ਉਹਨਾਂ ਦੇ ਮਨ ਦੇ ਵਿੱਚ ਆਦਰ ਸਤਿਕਾਰ ਹੈਗਾ, ਤਾਂ ਉਹਨਾਂ ਨੂੰ ਬਿਨਾਂ ਦੇਰੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਅਸੀਂ ਇਹ ਸਾਰਾ ਝੂਠ ਦਾ ਡਰਾਮਾ ਰਚਦੇ ਰਹੇ, ਇਹਦੇ ਲਈ ਸਾਨੂੰ ਖਿਮਾ ਬਖਸ਼, ਤਾਂ ਕਿ ਅੱਗੇ ਨੂੰ ਸਾਨੂੰ ਸਮਰਥ ਵੀ ਬਖਸ਼ ਕਿ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਅੱਗੇ ਨੂੰ ਅਸੀਂ ਨਾ ਕਰੀਏ। ਹੁਣ ਇਸ ਮਸਲੇ ਤੇ ਕਾਨੂੰਨੀ ਮਾਹਿਰਾਂ ਦੀ ਰਾਏ ਦੀ ਗੱਲ ਕਰਾਂਗੇ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਬਰਗਾੜੀ ਤੇ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਅਤੇ ਮਲਕੇ ਪਿੰਡ ਨਾਲ ਸੰਬੰਧਿਤ ਬੇਅਦਬੀ ਦੀਆਂ ਘਟਨਾਵਾਂ ਦੇ 3 ਕੇਸਾਂ ਦੇ ਵਿੱਚ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾ ਚੁੱਕਿਆ। ਉਹਨਾਂ ਕੇਸਾਂ ਦੇ ਵਿੱਚ ਸਾਜ਼ਿਸ਼ ਦਾ ਦੋਸ਼ੀ ਠਹਿਰਾਇਆ ਗਿਆ ਸੀ ਡੇਰਾ ਸਿਰਸਾ ਮੁਖੀ ਨੂੰ। ਇਸ ਤੋਂ ਬਿਨਾਂ ਡੇਰੇ ਦੀ 6 ਮੈਂਬਰੀ ਕਮੇਟੀ ਦੇ 3 ਮੈਂਬਰ ਪ੍ਰਦੀਪ ਕਲੇਰ, ਹਰਸ਼ ਧੂਰੀ ਤੇ ਸੰਦੀਪ ਬਰੇਟਾ ਇਹਨਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਹਾਲੇ ਤੱਕ ਪੁਲਿਸ ਇਹਨਾਂ ਨੂੰ ਫੜ ਹੀ ਨਹੀਂ ਸਕੀ। ਉਸ ਤੋਂ ਬਾਅਦ ਲੋੜ ਤਾਂ ਜਾਂਚ ਟੀਮ ਦੇ ਵੱਲੋਂ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਅਤੇ 3 ਭਗੌੜਿਆਂ ਦੀ ਗ੍ਰਿਫਤਾਰੀ ਸਮੇਤ ਨਵੇਂ ਸਬੂਤ ਲਿਆਉਣ ਦੀ ਸੀ, ਪਰ ਇਸ ਦੇ ਉਲਟ ਕਹਿੰਦੇ ਮੁੱਖ ਮੰਤਰੀ ਵੱਲੋਂ ਜਾਂਚ ਰਿਪੋਰਟ ਜਾਰੀ ਕਰ ਦਿੱਤੀ ਗਈ, ਜਿਹੜੀ ਕਿ CRPC ਦੀ ਧਾਰਾ 173 ਤਹਿਤ ਸੰਬੰਧਿਤ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਣੀ ਬਣਦੀ ਸੀ। ਕਾਨੂੰਨ ਮੁਤਾਬਿਕ ਜ਼ਰੂਰੀ ਵੀ ਸਮਝੀ ਜਾਂਦੀ ਰਹੀ ਹੈ। ਹਾਲਾਂਕਿ ਫਰੀਦਕੋਟ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾ ਚੁੱਕੀ ਹੈ।
ਸੀਨੀਅਰ ਵਕੀਲਾਂ ਦਾ ਕਹਿਣਾ ਹੈ ਕਿ ਕਿਸੇ ਵੀ ਜਾਂਚ ਰਿਪੋਰਟ ਵਿਚਲੀ ਜਾਣਕਾਰੀ ਜੋ ਜਾਂਚ ਅਧਿਕਾਰੀ ਦੇ ਵੱਲੋਂ ਦਿੱਤੀ ਗਈ ਹੋਵੇ ਉਸ ਨੂੰ ਜਨਤਕ ਕਰਨਾ ਵਾਜਬ ਨਹੀਂ ਹੁੰਦਾ, ਕਿਉਂਕਿ ਇਸ ਦਾ ਸਹਾਰਾ ਤਾਂ ਜਾਂਚ ਅਧਿਕਾਰੀ ਵੱਲੋਂ ਕੇਸ ਲੜਨ ਵੇਲੇ ਲਿਆ ਜਾਂਦਾ ਹੈ। ਇੱਥੇ ਇਹ ਵੀ ਚੇਤੇ ਕਰਾ ਦਿੰਦੇ ਆ ਕਿ ਜਾਂਚ ਟੀਮ ਸੁਨਾਰੀਆ ਜੇਲ੍ਹ ਦੇ ਵਿੱਚ ਪੁੱਛਗਿੱਛ ਲਈ ਵੀ ਜਾਂਦੀ ਰਹੀ ਰਾਮ ਰਹੀਮ ਤੋਂ। ਟੀਮ ਨੇ ਖੁਦ ਮੰਨਿਆ ਸੀ ਕਿ ਰਾਮ ਰਹੀਮ ਸਹਿਯੋਗ ਨਹੀਂ ਦੇ ਰਿਹਾ, ਇਸੇ ਕਰਕੇ ਉਸ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਪੰਜਾਬ ਲਿਆਉਣ ਦੀ ਮੰਗ ਵੀ ਕੀਤੀ ਗਈ, ਪਰ ਜਿਹੜੀ ਜਾਂਚ ਟੀਮ ਦੀ ਮੰਗ ਹੈ ਉਸ ਨੂੰ ਹਾਈ ਕੋਰਟ ਨੇ ਜਿਹੜਾ ਹੈਗਾ ਖਾਰਿਜ ਕਰ ਦਿੱਤਾ ਸੀ। ਤੇ ਜਿਹੜੇ 3 ਭਗੌੜੇ ਡੇਰਾ ਪ੍ਰੇਮੀ ਨੇ ਮੁਲਜ਼ਮ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਵਿੱਚ ਵੀ ਪੁਲਿਸ ਨੂੰ ਸਫਲਤਾ ਨਹੀਂ ਮਿਲੀ। ਇਹਨਾਂ ਤਿੰਨਾਂ ਨੂੰ ਜਾਂਚ ਦੇ ਵਿੱਚ ਸ਼ਾਮਿਲ ਕੀਤੇ ਬਿਨਾਂ ਰਿਪੋਰਟ ਹੈ ਜਿਹੜੀ ਉਹ ਅਧੂਰੀ ਮੰਨੀ ਜਾ ਸਕਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਸਾਰੀਆਂ ਸਿਆਸੀ ਪਾਰਟੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਜੋੜਦੀਆਂ ਰਹੀਆਂ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਉਸ ਵਕਤ ਸਰਕਾਰ ਹੁੰਦੀ ਸੀ। ਪਰ ਇਸ ਰਿਪੋਰਟ ਦੇ ਵਿੱਚ ਅਕਾਲੀ ਦਲ ਦਾ ਨਾਮੋ ਨਿਸ਼ਾਨ ਹੀ ਨਹੀਂ ਹੈ, ਕੋਈ ਜ਼ਿਕਰ ਹੀ ਨਹੀਂ ਹੈ। ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ, ਜਿਸ ਦੇ ਹੁਕਮਾਂ ਤੇ ਉਸ ਵਕਤ ਗੋਲੀ ਚੱਲੀ ਸੀ, ਉਸ ਵਕਤ ਪੰਜਾਬ ਦਾ ਡੀਜੀਪੀ ਹੁੰਦਾ ਸੀ, ਉਸ ਬਾਰੇ ਵੀ ਇਹ ਰਿਪੋਰਟ ਗੂੰਗੀ ਹੈ, ਯਾਨੀ ਕਿ ਉਸ ਦਾ ਵੀ ਕੋਈ ਜ਼ਿਕਰ ਨਹੀਂ ਹੈ। ਸੋ ਅਕਾਲੀ ਦਲ ਭਾਵੇਂ ਬਾਗੋ ਬਾਗ ਹੈ, ਪਰ ਵਿਰੋਧੀ ਨੇ ਜਿਹੜੇ ਉਹ ਇਸ ਰਿਪੋਰਟ ਤੇ ਸਵਾਲ ਚੁੱਕ ਰਹੇ ਨੇ। ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰਾਂਗੇ, ਜਿਹੜੇ ਕਿ ਹੁਣ ਸੰਗਰੂਰ ਤੋਂ ਐਮਪੀ ਵੀ ਨੇ। ਮਾਨ ਨੇ ਸਿੱਟ ਦੀ ਰਿਪੋਰਟ ਨੂੰ ਅਧੂਰਾ ਦੱਸਿਆ ਹੈ। 5 ਸਵਾਲ ਮਾਨ ਸਰਕਾਰ ਨੂੰ, ਯਾਨੀ ਕਿ ਭਗਵੰਤ ਸਿੰਘ ਮਾਨ ਦੀ ਆਪ ਸਰਕਾਰ ਨੂੰ ਵੀ ਪੁੱਛੇ ਨੇ ਅਤੇ ਹੋਰ ਵੀ ਕਈ ਲੀਡਰਾਂ ਨੇ ਜਿਹੜਾ ਹੈਗਾ ਇਸ ਰਿਪੋਰਟ ਤੇ ਸਵਾਲ ਚੁੱਕੇ ਨੇ। ਸਭ ਤੋਂ ਪਹਿਲਾਂ ਮਾਨ ਨੇ ਜਿਹੜੇ 5 ਸਰਕਾਰ ਸਵਾਲ ਨੂੰ ਕੀਤੇ ਨੇ ਉਹ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾ ਸਵਾਲ ਹੈ ਕਿ 2015 ਦੇ ਵਿੱਚ ਬਰਗਾੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਿੱਖ ਲੀਡਰਾਂ ਨੂੰ ਇੱਕ ਰਿਪੋਰਟ ਸੌਂਪੀ ਗਈ, ਜਿਸ ਦੇ ਵਿੱਚ ਸਿਰਫ ਬਰਗਾੜੀ ਸੰਬੰਧੀ ਹੀ ਜਾਣਕਾਰੀ ਕਿਉਂ ਦਿੱਤੀ ਗਈ ਹੈ। ਨੰਬਰ 2 ਦੂਜਾ ਸਵਾਲ ਹੈ ਕਿ ਬਰਗਾੜੀ ਤੋਂ ਬਾਅਦ ਹੋਰ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਬਾਈਬਲ ਕਲਾਂ ਦੇ ਵਿੱਚ 2 ਸਿੱਖਾਂ ਨੂੰ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ, ਇਸ ਦਾ ਵੇਰਵਾ ਮੁੱਖ ਮੰਤਰੀ ਸਾਹਿਬ ਦੀ ਰਿਪੋਰਟ ਦੇ ਵਿੱਚ ਕਿਉਂ ਨਹੀਂ ਹੈ। ਹਾਲਾਂਕਿ ਇੱਥੇ ਜਵਾਬ ਦੇ ਸਕਦੇ ਨੇ ਉਹ ਸਿਰਫ ਬੇਅਦਬੀ ਨਾਲ ਜੁੜੀ ਜਿਹੜੀ ਹੈਗੀ ਰਿਪੋਰਟ ਹੈ, ਪਰ ਬੇਅਦਬੀ ਦੇ ਨਾਲ ਹੀ ਜੁੜਿਆ ਬਾਈਬਲ ਕਲਾਂ ਗੋਲੀ ਕਾਂਡ ਵੀ ਸੀ। ਤੀਜਾ ਸਵਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਹਿੰਦੇ ਜਾਣਨਾ ਚਾਹੁੰਦਾ ਹੈ ਕਿ ਪੰਜਾਬ ਦੀ ਨਵੀਂ ਬਣੀ ਸਰਕਾਰ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਰਕਾਰ ਬਣ ਤੇ 1 ਮਹੀਨੇ ਦੇ ਵਿੱਚ ਸਜ਼ਾਵਾਂ ਦਿੱਤੀਆਂ ਜਾਣਗੀਆਂ, ਹਾਲੇ ਤੱਕ ਪੂਰਾ ਕਿਉਂ ਨਹੀਂ ਕੀਤਾ ਗਿਆ। ਚੌਥਾ ਸਵਾਲ, ਬਰਗਾੜੀ ਅਤੇ ਉਸ ਤੋਂ ਬਾਅਦ ਵਾਪਰੀ ਗੋਲੀकांड ਦੀ ਰਿਪੋਰਟ ਤੋਂ ਤਤਕਾਲੀ ਬਾਦਲ ਸਰਕਾਰ ਨੂੰ ਬਾਹਰ ਕਿਉਂ ਰੱਖਿਆ ਗਿਆ। ਰਿਪੋਰਟ ਵਿੱਚੋਂ ਬਾਹਰ ਰੱਖਣ ਦਾ ਮਤਲਬ ਹੈ ਕਿ ਇਹਨਾਂ ਨੂੰ ਕਲੀਨ ਚਿੱਟ ਤੁਸੀਂ ਦੇ ਦਿੱਤੀ ਹੈ, ਅਜਿਹਾ ਕਿਉਂ ਹੈ। ਪੰਜਵਾਂ ਸਵਾਲ, ਤਤਕਾਲੀ ਡੀਜੀਪੀ ਸੁਮੇਧ ਸੈਣੀ, ਜਿਸ ਨੇ ਸਿੱਖ ਕੌਮ ਦੇ ਕਹਿੰਦੇ ਸੈਂਕੜੇ ਅਨੇਕਾਂ ਨੌਜਵਾਨਾਂ ਨੂੰ ਮਾਰ ਕੇ ਕੌਮ ਦਾ ਘਾਣ ਕੀਤਾ, ਬਾਈਬਲ ਕਲਾਂ ਦੇ ਵਿੱਚ ਵੀ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਿੱਖਾਂ ਤੇ ਗੋਲੀਆਂ ਚਲਾ ਕੇ 2 ਸਿੱਖ ਸਰਦਾਰ ਗੁਰਜੀਤ ਸਿੰਘ ਤੇ ਸਰਦਾਰ ਹਰਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰਵਾ ਦਿੱਤਾ। ਇਸ ਦਾ ਇਨਸਾਫ ਅੱਜ ਵੀ ਅਧੂਰਾ ਹੈ, ਕਿਉਂ ਰਿਪੋਰਟ ਦੇ ਵਿੱਚ ਇਹਨਾਂ ਦਾ ਜ਼ਿਕਰ ਨਹੀਂ ਹੈ। ਇਹ ਤਾਂ ਸਨ ਮਾਨ ਦੇ ਸਵਾਲ। ਤੇ ਹੁਣ ਕਾਂਗਰਸ ਦੇ ਐਮਐਲਏ ਸੁਖਪਾਲ ਖਹਿਰਾ ਉਹ ਵੀ ਵੱਡਾ ਇਲਜ਼ਾਮ ਲਾ ਰਹੇ ਨੇ। ਵੱਡਾ ਸਵਾਲ ਖੜਾ ਕਰਦਿਆਂ ਖਹਿਰਾ ਨੇ ਟਵੀਟ ਕੀਤਾ ਹੈ, ਲਿਖਿਆ 2 + 2 = 4, ਯਾਨੀ ਕਿ 2 ਤੇ 2 4। ਕਹਿੰਦੇ ਹੁਣ ਅਸੀਂ ਸਮਝਦੇ ਹਾਂ ਕਿ ਕਿਉਂ ਭਗਵੰਤ ਮਾਨ ਨੇ ਪਹਿਲਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੁਰੱਖਿਆ ਵਾਪਸ ਲਈ, ਫਿਰ ਬਰਗਾੜੀ ਸਿੱਟ ਦੀ ਅੰਤਿਮ ਰਿਪੋਰਟ ਵਿੱਚ ਬਾਦਲਾਂ ਨੂੰ ਸੁਰੱਖਿਅਤ ਰਸਤਾ ਤੇ ਕਲੀਨ ਚਿੱਟ ਯਕੀਨੀ ਬਣਾਉਣ ਲਈ ਸੌਦਾ ਕੀਤਾ। ਇਸੇ ਕਰਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਅਰਵਿੰਦ ਕੇਜਰੀਵਾਲ ਨੂੰ ਟੈਗ ਕਰਕੇ ਲਿਖਿਆ, ਕਹਿੰਦੇ ਅਰਵਿੰਦ ਕੇਜਰੀਵਾਲ ਜਿਸ ਨੇ ਬਾਦਲਾਂ ਨੂੰ ਮਾਸਟਰਮਾਈਂਡ ਕਿਹਾ ਤੇ ਹੁਣ ਉਹ ਬੇਕਸੂਰ ਨੇ। ਸੁਖਪਾਲ ਖਹਿਰਾ ਕੱਲ ਮੱਤੇਵਾੜਾ ਜੰਗਲ ਵਾਲੀ ਥਾਂ ਤੇ ਵੀ ਪਹੁੰਚੇ ਹੋਏ ਸਨ ਤੇ ਉਹਨਾਂ ਨੇ ਉੱਥੇ ਵੀ ਜਿਹੜਾ ਇਹ ਸਵਾਲ ਚੁੱਕੇ ਸਨ ਕਿ ਬੇਅਦਬੀ ਤੋਂ ਬਾਅਦ ਬਾਈਬਲ ਕਲਾਂ ਮੋਰਚੇ ਦੌਰਾਨ ਬਾਦਲਾਂ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ, ਕਿਉਂਕਿ ਬਾਦਲਾਂ ਦੀ ਸਰਕਾਰ ਸੀ। ਹਲਫੀਆ ਬਿਆਨ ਉਸ ਸਮੇਂ ਦੇ ਡੀਜੀਪੀ ਸੁਮੇਧ ਸੈਣੀ ਨੇ ਵੀ ਰਿਪੋਰਟ ਦੇ ਵਿੱਚ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਖੁਦ ਪਿਛਲੀ ਕਾਂਗਰਸ ਸਰਕਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲਾਉਂਦੇ ਰਹੇ ਕਿ ਕਾਂਗਰਸ ਤੇ ਅਕਾਲੀ ਮਿਲੇ ਹੋਏ ਨੇ, ਇਸ ਕਰਕੇ ਇਸ ਬਰਗਾੜੀ ਬੇਅਦਬੀ ਤੇ ਗੋਲੀकांड ਦੀ ਜਾਂਚ ਨਹੀਂ ਹੋ ਰਹੀ। ਪਰ ਹੁਣ ਕਹਿੰਦੇ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ ਕੀ ਹੁਣ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਆਪਸ ਵਿੱਚ ਰਲੇ ਹੋਏ ਨੇ। ਉਹਨਾਂ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਆਪ ਸਰਕਾਰ ਹੈ ਜਿਹੜੀ ਉਹ ਬਾਦਲਾਂ ਨੂੰ ਬਚਾ ਰਹੀ ਹੈ। ਇਹ ਸੁਖਪਾਲ ਖਹਿਰਾ ਦਾ ਇਲਜ਼ਾਮ ਹੈ। ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਤੇ ਕਾਂਗਰਸ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਵਾਲ ਚੁੱਕੇ ਨੇ। ਉਹਨਾਂ ਨੇ
कहा है कि इस रिपोर्ट ਦੇ ਵਿੱਚ ਡੇਰਾ ਮੁਖੀ ਤੇ ਉਸਦੇ ਪੈਰੋਕਾਰਾਂ ਦੀ ਸ਼ਮੂਲੀਅਤ ਦਰਸਾਈ ਗਈ ਹੈ, ਜਦਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਖੁਦ ਜਿਹੜੇ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਬਾਦਲਾਂ ਦੀ ਸ਼ਮੂਲੀਅਤ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਰਿਪੋਰਟ ਦੇ ਵਿੱਚ ਤਾਂ ਕਹਿੰਦੇ ਬਾਦਲਾਂ ਦੀ ਭੂਮਿਕਾ ਦੇ ਬਾਰੇ ਕੁਝ ਦੱਸਿਆ ਹੀ ਨਹੀਂ ਗਿਆ। ਇਹ ਰਿਪੋਰਟ ਚੁੱਪ ਕਿਉਂ ਹੈ, ਅਚਾਨਕ ਅਜਿਹਾ ਕਿਉਂ ਹੋ ਗਿਆ? ਕਹਿੰਦੇ ਕੀ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਤੋਂ ਪਹਿਲਾਂ ਦਿੱਤਾ ਬਿਆਨ ਸਿਰਫ ਲੋਕਾਂ ਦੇ ਨਾਲ ਝੂਠਾ ਵਾਅਦਾ ਹੀ ਸੀ? ਇਹ ਸਵਾਲ ਉਹਨਾਂ ਨੇ ਪੁੱਛਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਜਿਹੜੀ ਰਿਪੋਰਟ ਸੌਂਪੀ ਗਈ ਹੈ ਉਹ ਤਾਂ 21 ਅਪ੍ਰੈਲ ਨੂੰ ਜਨਤਕ ਹੋ ਚੁੱਕੀ ਸੀ। ਐਸਜੀਪੀਸੀ ਦੀ ਮੈਂਬਰ ਕਿਰਨਜੀਤ ਕੌਰ ਨੇ ਵੀ ਮੁੱਖ ਮੰਤਰੀ ਵੱਲੋਂ 5 ਸਿੰਘਾਂ ਨੂੰ ਰਿਪੋਰਟ ਪੇਸ਼ ਕੀਤੇ ਜਾਣ ਤੇ ਇਤਰਾਜ਼ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਕਿ ਐਸਜੀਪੀਸੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਹੈ, ਮੁੱਖ ਮੰਤਰੀ ਨੂੰ ਇਹ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਜਾਣੀ ਚਾਹੀਦੀ ਸੀ। ਸੋ ਸਵਾਲ ਇਹ ਖੜਾ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਰਿਪੋਰਟ ਦੇ ਸਹਾਰੇ ਸਿੱਖ ਜਗਤ ਦੇ ਦਿਲਾਂ ਦੇ ਨਾਲ ਜੁੜੇ ਅਤੇ ਗੁੰਝਲਦਾਰ ਮਸਲੇ ਦੇ ਵਿੱਚੋਂ ਬਚ ਕੇ ਨਿਕਲਣਗੇ ਜਾਂ ਫਿਰ ਲੋਕ ਉਹਨਾਂ ਨੂੰ ਵੀ ਘੇਰੇ ਦੇ ਵਿੱਚ ਲੈ ਲੈਣਗੇ। ਪੰਜਾਬ ਸਰਕਾਰ ਦੇ ਵੱਲੋਂ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ, ਜਿਹੜੇ ਕਿ ਪਿਛਲੇ ਦਸੰਬਰ ਮਹੀਨੇ ਤੋਂ, ਜਦੋਂ ਪਿਛਲੀ ਸਰਕਾਰ ਹੁੰਦੀ ਸੀ, ਕਾਂਗਰਸ ਦੀ ਸਰਕਾਰ ਹੁੰਦੀ ਸੀ, ਦਸੰਬਰ 2021 ਤੋਂ ਬਹਿਬਲ ਕਲਾਂ ਪਿੰਡ ਦੇ ਵਿੱਚ ਧਰਨਾ ਲਾ ਕੇ ਬੈਠੇ ਨੇ। ਸੜਕ ਦੇ ਕੰਢੇ ਤੇ ਪੱਕਾ ਮੋਰਚਾ ਲਾਇਆ ਹੋਇਆ। ਇਹ ਨੌਜਵਾਨ ਅੱਜ ਤੱਕ ਘਰੇ ਨਹੀਂ ਗਿਆ। ਉਦੋਂ ਤੋਂ ਲੈ ਕੇ ਇਸ ਨੂੰ ਵੀ ਪੰਜਾਬ ਸਰਕਾਰ ਦੇ ਵੱਲੋਂ ਅੰਤਿਮ ਰਿਪੋਰਟ ਪੇਸ਼ ਕਰਨ ਦੀ ਆਖਰੀ ਤਰੀਕ 10 ਜੁਲਾਈ ਦਿੱਤੀ ਗਈ ਹੈ, ਪਰ ਉਸ ਤੋਂ ਪਹਿਲਾਂ ਹੀ ਭਗਵੰਤ ਮਾਨ ਨੇ ਇਹ ਰਿਪੋਰਟ ਉੱਥੇ ਜਾ ਕੇ ਨਹੀਂ ਸੌਂਪੀ। ਉਸ ਮੋਰਚੇ ਤੇ ਜਾ ਕੇ ਸੌਂਪਣ ਦੀ ਬਜਾਏ ਇਹ ਰਿਪੋਰਟ ਹੈ ਜਿਹੜੀ 5 ਸਿੱਖ ਲੀਡਰਾਂ ਨੂੰ ਸੌਂਪ ਦਿੱਤੀ ਗਈ ਹੈ, ਜਿਨ੍ਹਾਂ ਦਾ ਇਸ ਕੇਸ ਨਾਲ ਜਾਂ ਫਿਰ ਇਸ ਮੋਰਚੇ ਦੇ ਨਾਲ ਕੋਈ ਸੰਬੰਧ ਹੀ ਨਹੀਂ। ਇਹ ਸਵਾਲ ਜ਼ਰੂਰ ਉੱਠ ਰਹੇ ਨੇ। ਹਾਲਾਂਕਿ ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਸੰਬੰਧ ਹਰ ਸਿੱਖ ਦੇ ਨਾਲ ਹੈ, ਉਹਨਾਂ ਦੇ ਦਿਲਾਂ ਦੇ ਨਾਲ ਜੁੜਿਆ ਮਸਲਾ ਹੈ। ਪਰ ਜਿਹੜੇ 5 ਜਣਿਆਂ ਨੂੰ ਰਿਪੋਰਟ ਸੌਂਪੀ ਗਈ ਹੈ ਉਹਨਾਂ ਦੇ ਨਾਵਾਂ ਤੇ ਜ਼ਰੂਰ ਹੈਰਾਨੀ ਹੋ ਰਹੀ ਹੈ ਸਭ ਨੂੰ ਕਿ ਕੀ ਇਹ ਜਿਹੜੇ ਸਿੱਖ ਲੀਡਰ ਨੇ ਉਹ ਕੌਮ ਦੀ ਅਗਵਾਈ ਕਰਨ ਵਾਲੇ ਸਿੱਖ ਨੇ? ਇਹਨਾਂ ਦੀ ਕੀ ਅਹਿਮੀਅਤ ਹੈ ਜਿਹੜਾ ਇਹਨਾਂ ਨੂੰ ਰਿਪੋਰਟ ਸੌਂਪੀ ਗਈ ਹੈ? ਇਹ ਸਵਾਲ ਨੇ ਜਿਹੜੇ ਉੱਠ ਰਹੇ ਨੇ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਸਿੱਖ ਸੰਗਤ ਦੇ ਦਿਲਾਂ ਦੇ ਇੰਨਾ ਕਰੀਬ ਹੈ ਕਿ ਇਸਨੇ ਪਿਛਲੀਆਂ 2 ਸਰਕਾਰਾਂ ਤੇ 3 ਮੁੱਖ ਮੰਤਰੀਆਂ ਨੂੰ ਘਰੇ ਬਿਠਾ ਦਿੱਤਾ ਹੈ। 5 ਵਾਰੀ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ 2017 ਦੇ ਵਿੱਚ ਚੋਣ ਹਾਰ ਗਏ ਸੀ। ਹਾਰ ਦਾ ਮੁੱਖ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਬਣਿਆ ਸੀ। ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਮੁੱਦੇ ਨੇ ਹਾਸ਼ੀਏ ਤੋਂ ਬਾਹਰ ਕਰ ਦਿੱਤਾ ਸੀ ਤੇ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਮੁੜ ਕੇ ਸਿਰ ਚੁੱਕਣ ਦੀ ਹਿੰਮਤ ਨਹੀਂ ਕਰ ਪਾ ਰਿਹਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਅਣਗਿਣਤ ਅਸਫਲਤਾਵਾਂ ਦੇ ਵਿੱਚੋਂ ਬੇਅਦਬੀ ਦੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਨਾ ਕਰਨਾ ਵੀ ਉਹਨਾਂ ਦੀ ਨਾ ਮਾਫ ਕਰਨ ਵਾਲੀ ਭੁੱਲ ਹੋ ਨਿਬੜਿਆ। ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ। ਉਹਨਾਂ ਨੂੰ ਵੀ ਬੇਹੁਰਮਤੀ ਅਤੇ ਗੋਲੀकांड ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣਾ ਮਹਿੰਗਾ ਪਿਆ ਸੀ ਅਤੇ ਕਾਂਗਰਸ ਦੇ ਹੀ ਵੱਡੇ ਲੀਡਰ ਨਵਜੋਤ ਸਿੰਘ ਸਿੱਧੂ ਇਸ ਮੁੱਦੇ ਤੇ ਲਗਾਤਾਰ ਆਪਣੀ ਹੀ ਸਰਕਾਰ ਨੂੰ ਘੇਰਦੇ ਰਹੇ। ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਉਹਨਾਂ ਨੇ ਇਸੇ ਮੁੱਦੇ ਤੇ ਪਲਟਾਈ ਸੀ। ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਿਆ 3 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ। ਇਹ ਹੁਣ ਤੀਜੀ ਸਰਕਾਰ ਹੈ ਪੰਜਾਬ ਦੀ। ਰਵਾਇਤੀ ਪਾਰਟੀਆਂ ਨੂੰ ਛੱਡ ਕੇ ਨਵੀਂ ਪਾਰਟੀ ਦੀ ਸਰਕਾਰ ਬਣੀ ਹੈ, ਪਰ ਲੱਗਦਾ ਹੈ ਕਿ ਮੁੱਖ ਮੰਤਰੀ ਨੇ ਹਾਲੇ ਤੱਕ ਮਸਲੇ ਦੀ ਗੰਭੀਰਤਾ ਨੂੰ ਸ਼ਾਇਦ ਨਹੀਂ ਸਮਝਿਆ, ਕਿਉਂਕਿ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਉਹਨਾਂ ਦੀ ਹੀ ਆਪਣੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬੇਅਦਬੀ ਦੇ ਮੁੱਦੇ ਤੇ ਬੋਲਣ ਲਈ ਸਮਾਂ ਹੀ ਨਹੀਂ ਦਿੱਤਾ ਗਿਆ, ਜਿਹੜਾ ਕਿ ਸਿੱਖ ਜਗਤ ਨੂੰ ਰੜਕਿਆ ਹੈ। ਇੱਕ ਗੈਰ ਪੰਜਾਬੀ ਤੇ ਗੈਰ ਸਿੱਖ ਵਿਧਾਇਕ ਬੇਅਦਬੀ ਦੇ ਮੁੱਦੇ ਲਈ ਸਮਾਂ ਨਾ ਦੇਣ ਤੇ ਅੱਧੇ ਘੰਟੇ ਲਈ ਸੈਸ਼ਨ ਵਿੱਚ ਵਾਧਾ ਕਰਨ ਦੇ ਲਈ ਗਿੜਗਿੜਾਉਂਦੇ ਦੇਖੇ ਗਏ, ਪਰ ਨਾ ਸਪੀਕਰ ਨੇ ਨਾ ਹੀ ਉੱਥੇ ਬੈਠੇ ਮੁੱਖ ਮੰਤਰੀ ਨੇ ਉਹਨਾਂ ਦੀ ਇਸ ਅਪੀਲ ਵੱਲ ਕੋਈ ਵੀ ਧਿਆਨ ਦਿੱਤਾ। ਬੇਅਦਬੀ ਦੇ ਬਾਰੇ मैं कॉल अटेंशन नोटिस भी मूव की सी, किसी कारण बस टेकअप नहीं हो पा रहा है। मेरी बेनती है मानयोग स्पीकर साहब कि सदन आज तक चलना है, कोई भी 30 मिनट इस वास्ते रख लिया जाए ਜਾਂ 30 मिनट वास्ते सदन की कार्रवाई वधा दी जाए, क्योंकि मुद्दा बहुत अहम है और कुछ पॉइंट इस तरीके दे ने जो कि आम जनता नूं भी जानना जरूरी है, इस पवित्र सदन नूं भी जानना जरूरी है और इस सत्ता पक्ष वास्ते भी लाभदायक होगा, ओपोजिशन वास्ते भी होगा और जिन्नियां भी नानक नाम लेवा संगतां ने उन्हां वास्ते भी वधिया रहेगा। तुसीं भी कोटकपूरा एरिया तो तुसीं इस सदन की प्रतिनिधिता कर रहे हो, तो मेरी ये बेनती है कि जां तां मैनू अपना पक्ष रखण वास्ते 10 मिनट का समा दे दिता जाए, जां
आधे घंटे वास्ते सदन की कार्रवाई बढ़ा दी जाए ਤਾਂ ਜੋ ਇਸ ਮੁੱਦੇ ਦੇ ਉੱਤੇ ਵਧੀਆ ਇੱਕ ਡਿਬੇਟ ਹੋ ਸਕੇ। ਤੇ ਚੋਣਾਂ ਤੋਂ ਪਹਿਲਾਂ ਦਾ ਵੀ ਆਮ ਆਦਮੀ ਪਾਰਟੀ ਦਾ ਇੱਕ ਵਾਅਦਾ ਤੁਹਾਨੂੰ ਯਾਦ ਕਰਵਾ ਦਿੰਦੇ ਆ, ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਲਈ 24 ਘੰਟਿਆਂ ਦੀ ਮੋਹਲਤ ਮੰਗੀ ਸੀ। ਉਹਨਾਂ ਨੇ ਕਿਹਾ ਸੀ ਸਾਡੀ ਸਰਕਾਰ ਆ ਲੈਣ ਦਿਓ, ਤੁਸੀਂ ਸਾਨੂੰ ਵੋਟਾਂ ਪਾ ਕੇ ਸਾਡੀ ਸਰਕਾਰ ਬਣਾਓ, 24 ਘੰਟਿਆਂ ਦੇ ਅੰਦਰ ਅੰਦਰ ਦੋਸ਼ੀ ਜੇਲ੍ਹਾਂ ਦੇ अंदर होंगे। बरगाड़ी कांड को लेके पूरे पंजाब की जनता बहुत नाराज है। पंजाब की जनता चाहती है कि बरगाड़ी कांड के जो मास्टरमाइंड थे उनको आज तक कोई सजा नहीं हुई, और मास्टरमाइंड कौन है ये मुझे बताने की जरूरत नहीं है। कुंवर विजय प्रताप सिंह जी की रिपोर्ट है, चन्नी साहब उस रिपोर्ट को उठा के देख लें, उसमें नाम लिखे हुए हैं। 24 घंटे के अंदर उन पे कार्रवाई हो सकती है, उन्हें गिरफ्तार किया जा सकता है। बरगाड़ी कांड के दोषियों को, पूरे पंजाब की आत्मा को शांति मिलेगी। ਹੁਣ ਤੁਹਾਨੂੰ ਯਾਦ ਕਰਵਾ ਦਿੰਦੇ ਹਾਂ 2015 ਦਾ ਉਹ ਵਾਕਿਆ ਜਦੋਂ ਘੋਰ ਬੇਅਦਬੀ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ, ਪਹਿਲਾਂ ਸਰੂਪ ਚੋਰੀ ਹੁੰਦੇ ਨੇ, ਫਿਰ ਬੇਅਦਬੀ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਫਿਰ ਬਹਿਬਲ ਕਲਾਂ ਗੋਲੀ ਕਾਂਡ ਵਾਪਰਦਾ ਹੈ। 1 ਜੂਨ 2015 ਦਾ ਦਿਨ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਕੋਟਕਪੂਰਾ ਦੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਦਿਨ ਦਿਹਾੜੇ ਚੋਰੀ ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਫਿਰ 25 ਸਤੰਬਰ 2015 ਜਦੋਂ ਬਰਗਾੜੀ ਪਿੰਡ ਦੇ ਗੁਰੂ ਘਰ ਦੇ ਕੋਲ ਪੋਸਟਰ ਲਾ ਕੇ ਬਹੁਤ ਹੀ ਮੰਦੀ ਭਾਸ਼ਾ ਵਰਤੀ ਗਈ ਸੀ। ਪੋਸਟਰਾਂ ਦੇ ਵਿੱਚ ਚੋਰੀ ਹੋਏ ਸਰੂਪਾਂ ਦੇ ਵਿੱਚ ਡੇਰਾ ਸਿਰਸਾ ਦਾ ਹੱਥ ਹੋਣ ਦਾ ਦਾਅਵਾ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਨੂੰ, ਸਿੱਖਾਂ ਨੂੰ ਖੁੱਲਾ ਚੈਲੰਜ ਕੀਤਾ ਗਿਆ ਸੀ ਕਿ ਅਸੀਂ ਤੁਹਾਡੇ ਗੁਰੂ ਦੀ ਬੇਅਦਬੀ ਕਰਾਂਗੇ, ਤੁਸੀਂ ਸਾਨੂੰ ਲੱਭ ਕੇ ਦਿਖਾ ਦਿਓ। ਫਿਰ 12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਖਿਲਰੇ ਹੋਏ ਮਿਲੇ ਸੀ। 14 ਅਕਤੂਬਰ 2015 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰਾ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕੀਤਾ ਸੀ। ਸ਼ਾਂਤਮਈ ਰੋਸ ਮੁਜ਼ਾਹਰਾ ਸੀ ਇਹ। ਇਸ ਦੇ ਵਿੱਚ ਸਿੱਖ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੀ। ਪ੍ਰਦਰਸ਼ਨਕਾਰੀ ਸਿੱਖਾਂ ਨੂੰ ਖਦੇੜਨ ਦੇ ਲਈ ਪੁਲਿਸ ਨੇ ਇਹਨਾਂ ਤੇ ਲਾਠੀ ਚਾਰਜ ਕੀਤਾ ਸੀ ਤੇ ਇਸੇ ਦਿਨ ਬਹਿਬਲ ਕਲਾਂ ਪਿੰਡ ਦੇ ਵਿੱਚ ਵੀ ਮੋਰਚਾ ਜਿਹੜਾ ਲੱਗਿਆ ਸੀ, ਧਰਨਾ ਲੱਗਿਆ ਸੀ, ਰੋਸ ਮੁਜ਼ਾਹਰਾ ਹੋ ਰਿਹਾ ਸੀ। ਉਸ ਮੋਰਚੇ ਦੇ ਵਿੱਚ ਬੈਠੇ ਸਿੱਖਾਂ ਦੇ ਉੱਤੇ ਪੁਲਿਸ ਨੇ ਫਾਇਰਿੰਗ ਕਰ ਦਿੱਤੀ ਸੀ ਤੇ ਪੁਲਿਸ ਦੀ ਗੋਲੀ ਦੇ ਵਿੱਚ 2 ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ ਤੇ ਇਸ ਮਾਮਲੇ ਦੇ ਨਾਲ ਜੁੜੇ ਇੱਕ ਡੇਰਾ ਪ੍ਰੇਮੀ ਮੁਲਜ਼ਮ ਮਹਿੰਦਰ ਬਿੱਟੂ ਦਾ ਵੀ ਜੇਲ੍ਹ ਦੇ ਵਿੱਚ ਕਤਲ ਹੋ ਗਿਆ ਸੀ। ਸੋ ਇਸ ਮਾਮਲੇ ਦੇ ਵਿੱਚ ਬਹੁਤ ਕੁਝ ਹੈ ਦੱਸਣ ਨੂੰ, ਪਰ ਇਹ ਬਰੀਫ ਜੀ ਜਾਣਕਾਰੀ ਹੈ ਜਿਹੜੀ ਜਾਣਨੀ ਹਰ ਕਿਸੇ ਦੇ ਲਈ ਜ਼ਰੂਰੀ ਹੈ ਕਿ ਅਸਲ ਦੇ ਵਿੱਚ ਕੀ ਹੋਇਆ ਸੀ। ਤੇ ਉਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨਹੀਂ ਰੁਕੀਆਂ। ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਮਾਸਟਰਮਾਈਂਡ ਹਲੇ ਤੱਕ ਨਹੀਂ ਫੜਿਆ ਤੇ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਫਿਰ ਹੱਦ ਪਾਰ ਉਦੋਂ ਹੋ ਜਾਂਦੀ ਹੈ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਅੰਦਰ ਇੱਕ ਦੋਸ਼ੀ ਬੇਅਦਬੀ ਦੀ ਕੋਸ਼ਿਸ਼ ਕਰਦਾ ਹੈ, ਬੇਅਦਬੀ ਦੀ ਕੋਸ਼ਿਸ਼ ਕਰਦਾ ਫੜਿਆ ਜਾਂਦਾ ਹੈ ਤੇ ਉਸ ਨੂੰ ਉੱਥੇ ਹੀ ਸਿੰਘਾਂ ਦੇ ਵੱਲੋਂ, ਸਿੱਖਾਂ ਦੇ ਵੱਲੋਂ ਸੋਧਾ ਲਾ ਦਿੱਤਾ ਜਾਂਦਾ ਹੈ। ਪਰ ਹਾਲੇ ਤੱਕ ਨਹੀਂ ਪਤਾ ਲੱਗਿਆ ਕਿ ਉਸ ਨੂੰ ਕਿਹਨੇ ਭੇਜਿਆ ਸੀ, ਕੌਣ ਸੀ ਜਿਹਦੀ ਐਡੀ ਹਿੰਮਤ ਹੋ ਗਈ ਕਿ ਉਹ ਸਿੱਖਾਂ ਦੇ ਮੁਕੱਦਸ ਅਸਥਾਨ ਦੇ ਅੰਦਰ ਜਾ ਕੇ ਬੇਅਦਬੀ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨਾਂ ਸਾਰੇ ਸਵਾਲਾਂ ਦੇ ਨਾਲ ਪ੍ਰਾਈਮ ਟਾਈਮ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।